ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਪਿਛਲੇ ਸੋਮਵਾਰ ਅਸੀਂ ਇੱਕ ਵਿਸ਼ਾ ਸ਼ੁਰੂ ਕੀਤਾ ਸੀ, ਦੁਖਦਾਰੂ। ਕੁਝ ਵਿਚਾਰਾਂ ਜੋ ਆਪਾਂ ਸਾਂਝੀਆਂ ਕੀਤੀਆਂ ਸਨ ਕਿ ਅੱਜ ਸੰਸਾਰ ਦੇ ਹਰ ਮਨੁੱਖ ਦੇ ਅੰਦਰ ਇੱਕ ਖਾਸ਼ ਹੈ ਕਿ ਮੈਨੂੰ ਸੁੱਖ ਮਿਲੇ। ਇਹ ਖਾਸ਼ ਕਿਉਂ ਪੈਦਾ ਹੋਈ, ਇਹ ਇੱਛਾ ਕਿਉਂ ਪੈਦਾ ਹੋਈਆਂ? ਕਾਰਨ ਸਪਸ਼ਟ ਹੈ ਕਿ ਇਨਸਾਨ ਨੂੰ ਦੁੱਖ ਤੇ ਸੁੱਖ ਦੀ ਪਰਿਭਾਸ਼ਾ ਸਮਝ ਨਹੀਂ ਆਈ। ਦੁੱਖ ਕੀ ਹੈ, ਸੁੱਖ ਕੀ ਹੈ, ਇਹ ਗੱਲ ਸਮਝ ਵਿੱਚ ਨਾ ਆਈ। ਜਿਤਨਾ ਇਨਸਾਨ ਸੁੱਖਾਂ ਦੀ ਮੰਗ ਕਰਦਾ ਹੈ, ਉਤਨਾ ਜੀਵਨ ਵਿੱਚ ਦੁੱਖਾਂ ਦਾ ਹੋਰ ਪ੍ਰਵੇਸ਼ ਹੁੰਦਾ ਜਾਂਦਾ ਹੈ। ਸੁਖ ਕੋ ਮਾंगे सब को, दुख न मांगे को, सुखे को दुख अगला, ਮਨਮੁਖ ਚੱਲਿਆ ਰੋਏ। ਜਿਵੇਂ ਜਿਵੇਂ ਸੁੱਖ ਦੀ ਭਾਲ ਕਰਦਾ ਹੈ, ਤਿਵੇਂ ਤਿਵੇਂ ਦੁੱਖਾਂ ਵਿੱਚ ਹੋਰ ਵਾਧਾ ਹੁੰਦਾ ਜਾਂਦਾ ਹੈ। ਹੁਣ ਸਵਾਲ ਇਹ ਹੋ ਗਿਆ ਕਿ ਸੁੱਖ ਸਾਨੂੰ ਚਾਹੀਦੇ ਨਹੀਂ? ਸੁੱਖ ਚਾਹੀਦੇ ਹਨ, ਪਰ ਸੁੱਖ ਹੈ ਕਿਸ ਚੀਜ਼, ਕਿਸ ਦਾ ਨਾਮ? ਸੁੱਖ ਦੀ ਪਰਿਭਾਸ਼ਾ ਕੀ ਹੈ, ਡੈਫੀਨੇਸ਼ਨ ਕੀ ਹੈ? ਦੁੱਖ ਕਿਸ ਦਾ ਨਾਮ ਹੈ? ਇਹ ਗੱਲ ਸਮਝਣ ਦੀ ਲੋੜ ਹੈ। ਜਦ ਤੱਕ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਦੁੱਖ ਕੀ ਚੀਜ਼ ਹੈ, ਉਨੀ ਦੇਰ ਤੱਕ ਅਸੀਂ ਸ਼ਾਇਦ ਇਹ ਦੁੱਖ ਤੇ ਸੁੱਖ ਦੇ ਸੰਕਲਪ ਨੂੰ ਜਾਂ ਦੁੱਖ ਦਾਰੂ ਦੇ ਸੰਕਲਪ ਨੂੰ ਸਮਝ ਨਹੀਂ ਸਕਾਂਗੇ। ਗੁਰੂ ਨਾਨਕ ਦੇਵ ਮਹਾਰਾਜ ਨੇ ਮਲਾਰ ਰਾਗ ਦੇ ਵਿੱਚ ਇੱਕ ਸ਼ਬਦ ਲਿਖਿਆ ਹੈ। ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਬੜੀ ਕਲੈਰਿਟੀ ਜਿਹੜੀ ਦੁੱਖਾਂ ਦੇ ਬਾਰੇ ਸਾਡੇ ਨਾਲ ਕੀਤੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਉਹਦੇ ਚ ਕਹਿੰਦੇ ਨੇ, ਉਹ ਭੋਲੇ ਵੈਦ, ਉਹ ਦੁੱਖਾਂ ਦੇ ਇਲਾਜ ਕਰਨ ਵਾਲੇ, ਦਾਰੂ ਕਰਨ ਵਾਲਿਆ, ਉਹ ਦਵਾਈ ਮੈਨੂੰ ਨਾ ਦੇ, ਕਿਸ ਕਿਸ ਦਾ ਰੋਗ ਦਾ ਇਲਾਜ ਤੂੰ ਕਰੇਗਾ? ਵੇਖ ਕਦੀ ਇਹਦੇ ਜੀਵਨ ਨੂੰ ਝਾਤੀ ਮਾਰ, ਜਿਹੜੇ ਰੋਗਾਂ ਦੀ ਤੂੰ ਗੱਲ ਕਰਦਾ ਹੈ ਉਹ ਰੋਗ ਤਾਂ ਇਸ ਨੂੰ ਹੈ ਹੀ ਨਹੀਂ। ਜਿਸ ਰੋਗ ਦਾ ਦਾਰੂ ਤੇਰੇ ਕੋਲ ਹੈ, ਉਹ ਦਾਰੂ ਉਸ ਰੋਗ ਨੂੰ ਕਾਟ ਹੀ ਨਹੀਂ ਕਰ ਸਕਦਾ ਜਿਹੜਾ ਰੋਗ ਇਸ ਨੂੰ ਲੱਗਾ ਹੋਇਆ ਹੈ। ਤੂੰ ਆਪਣਾ ਖਿਆਲ ਕਰ ਤੇ ਇਹ ਸਮਝ ਵੀ ਉਹ ਰੋਗ ਕਿਹੜਾ ਹੈ। ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਇਨਸਾਨ ਨੂੰ ਸਭ ਤੋਂ ਵੱਡਾ ਰੋਗ ਹੈ ਪਰਮਾਤਮਾ ਤੋਂ ਵਿਛੋੜੇ ਦਾ, ਉਹਦੇ ਚਰਨਾਂ ਤੋਂ ਵਿਛੜ ਜਾਣਾ।
ਸਭ ਤੋਂ ਵੱਡੀ ਪੀੜਾ ਇਸ ਚੀਜ਼ ਦੀ ਹੈ। ਇਹ ਰੋਗ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਦੁੱਖ ਇਸ ਨੂੰ ਮੰਨਿਆ ਜਾਂਦਾ ਹੈ। ਅਸੀਂ ਦੁੱਖ ਦੀ ਪਰਿਭਾਸ਼ਾ ਨੂੰ ਸਰੀਰਕ ਦੁੱਖਾਂ ਤੱਕ ਸੀਮਿਤ ਕਰ ਦਿੱਤਾ, ਪਰ ਸਤਿਗੁਰੂ ਜੀ ਜਿਹੜੇ ਦੁੱਖਾਂ ਦੀ ਪਰਿਭਾਸ਼ਾ ਸਾਡੇ ਸਾਹਮਣੇ ਰੱਖਦੇ ਹਨ, ਉਹਨਾਂ ਵਿੱਚ ਬਹੁਤ ਵੱਡਾ ਫਰਕ ਹੈ। ਸਾਹਿਬ ਜੀ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ। ਇਹ ਸਭ ਤੋਂ ਵੱਡਾ ਦੁੱਖ ਵਿਛੋੜਾ, ਪਰਮਾਤਮਾ ਦੇ ਚਰਨਾਂ ਤੋਂ ਵਿਛੜ ਜਾਣਾ। ਦੂਜਾ ਰੋਗ ਹੈ ਮਾਇਆ ਦੀ ਭੁੱਖ ਦਾ ਦੁੱਖ। ਜਿਵੇਂ ਜਿਵੇਂ ਇਨਸਾਨ ਦੇ ਅੰਦਰ ਮਾਇਆ ਦੀ ਭੁੱਖ ਵੱਧਦੀ ਜਾਂਦੀ ਹੈ, ਤਿਵੇਂ ਇਹਦੇ ਜੀਵਨ ਵਿੱਚ ਦੁੱਖਾਂ ਦਾ ਹੋਰ ਪਸਾਰਾ ਹੁੰਦਾ ਜਾਂਦਾ ਹੈ। ਇਨਸਾਨ ਸੋਚਦਾ ਹੈ ਸ਼ਾਇਦ ਇਹ ਦੁਨੀਆ ਦੇ ਪਦਾਰਥ ਮੈਂ ਇਕੱਠੇ ਕਰ ਲਵਾਂ, ਇਹਨਾਂ ਦੇ ਢੇਰ ਲਾ ਲਵਾਂ ਤੇ ਮੇਰੇ ਜੀਵਨ ਵਿੱਚ ਸੁੱਖ ਆ ਜਾਏਗਾ। ਹਾਂ, ਲੋਕਾਂ ਦੀਆਂ ਨਜ਼ਰਾਂ ਵਿੱਚ ਸੁੱਖ ਆ ਜਾਏਗਾ, ਬਾਹਰ ਦਾ ਸੁੱਖ ਆ ਜਾਏਗਾ, ਲੇਕਿਨ ਅੰਦਰ ਦਾ ਸੁੱਖ ਇਹਨਾਂ ਪਦਾਰਥਾਂ ਵਿੱਚੋਂ ਨਹੀਂ ਮਿਲੇਗਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਉਹ ਵੈਦ ਭੋਲੇ, ਕਿਹਦੀ ਦਾਰੂ ਦਵੇਂਗਾ, ਕਿਸ ਰੋਗ ਦਾ ਇਲਾਜ ਤੂੰ ਕਰੇਗਾ। ਇੱਕ ਰੋਗ ਹੈ ਪ੍ਰਭੂ ਤੋਂ ਵਿਛੋੜੇ, ਚਰਨਾਂ ਤੋਂ ਵਿਛੜਨ ਦਾ ਰੋਗ, ਤੇ ਇੱਕ ਰੋਗ ਹੈ ਉਸ ਮਾਇਆ ਦੀ ਭੁੱਖ ਦਾ ਰੋਗ। ਇੱਕ ਰੋਗ ਹੋਰ ਵੀ ਹੈ, ਉਹ ਹੈ ਮੌਤ ਦੇ ਡਰ ਦਾ ਰੋਗ, ਉਹ ਹੈ ਮੌਤ ਦੇ ਡਰ ਦਾ ਦੁੱਖ। ਸਾਰੀ ਜ਼ਿੰਦਗੀ ਬੰਦੇ ਅੰਦਰ ਇਹ ਡਰ ਬਣਿਆ ਰਹਿੰਦਾ ਹੈ, ਇਹੋ ਹੀ ਭੁਲੇਖਾ ਬਣਿਆ ਰਹਿੰਦਾ ਹੈ, ਹਾਏ ਮੌਤ ਨਾ ਆ ਜਾਏ, ਹਾਏ ਮਰ ਨਾ ਜਾਵਾਂ। ਤੇ ਇਹ ਉਹ ਦੁੱਖ ਹੈ, ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਨੂੰ ਆ ਕੇ ਚੰਬੜ ਜਾਂਦਾ ਹੈ। ਜਦ ਤੱਕ ਸਰੀਰ ਵਿੱਚ ਰੋਗ ਪੈਦਾ ਕਰਨ ਵਾਲੇ ਇਹ ਮਾਨਸਿਕ ਰੋਗ ਮੌਜੂਦ ਹਨ, ਇਹ ਵੈਦ ਤੇਰੀ ਦਵਾਈ ਇੱਥੇ ਕਾਟ ਨਹੀਂ ਕਰ ਸਕਦੀ, ਤੇਰੀ ਦਵਾਈ ਇੱਥੇ ਅਸਰ ਨਹੀਂ ਕਰ ਸਕਦੀ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਵਚਨ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਵੈਦ ਨਾ ਬੋਲੇ ਦਾਰੂ ਲਾਏ, ਵੈਦ ਨਾ ਬੋਲੇ ਦਾਰੂ ਲਾਏ, ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲਗੇ ਨਾ ਵੀਰ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਜਾਨ ਵੈਦ ਪ੍ਰਭੂ ਪਤੀ ਨੂੰ ਭੁਲਾ ਕੇ ਜਦੋਂ ਦੇ ਵਿਸ਼ੇ ਵਿਕਾਰਾਂ ਦੇ ਰਸ ਮੰਨਣੇ ਸ਼ੁਰੂ ਕਰ ਦਿੱਤੇ, ਉਦੋਂ ਸਰੀਰ ਵਿੱਚ ਰੋਗ ਪੈਦਾ ਹੋ ਗਏ। ਕਿਰਾਏ ਪਏ ਹੋਏ ਮਨੁੱਖ ਨੂੰ ਸਹੀ ਰਸਤੇ ਤੇ ਪਾਉਣ ਲਈ, ਇਸ ਮਾਇਆ ਤੇ ਮੋਹ ਵਿੱਚ ਅੰਨੇ ਹੋਏ ਮਨੁੱਖ ਨੂੰ ਸਰੀਰਕ ਰੋਗਾਂ ਦੀ ਸਜ਼ਾ ਮਿਲਦੀ ਹੈ। ਜਾਨ ਵੈਦ, ਉਹ ਇਹਨਾਂ ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਤੇਰੀ ਦਵਾਈ ਦਾ ਕੋਈ ਲਾਭ ਨਹੀਂ, ਜਦ ਤੱਕ ਇਹਦੀ ਸੁਰਤ, ਇਹਦੀ ਸੋਚ, ਇਹਦੇ ਵਿਚਾਰਾਂ ਦੀ ਤਬਦੀਲੀ ਨਹੀਂ ਹੁੰਦੀ। ਹੁਣ ਦੁੱਖਾਂ ਦਾ ਆਦਰਸ਼ ਕੀ ਹੈ, ਸੁੱਖ ਦਾ ਆਦਰਸ਼ ਕੀ ਹੈ, ਇਹਨੂੰ ਹੁਣ ਸਮਝਣ ਦੀ ਲੋੜ ਹੈ। ਸਾਡੇ ਜੀਵਨ ਵਿੱਚ ਸੁੱਖ ਦਾ ਆਦਰਸ਼ ਬੜਾ ਗਲਤ ਜਿਹਾ ਬਣਿਆ ਹੋਇਆ ਹੈ। ਕਰਤਾਰ ਨੇ ਸਾਡਾ ਸਰੀਰ ਅਜਿਹਾ ਨਹੀਂ ਬਣਾਇਆ ਕਿ ਸਾਨੂੰ ਸੁੱਖਾਂ ਦੀ ਲੋੜ ਹੀ ਨਾ ਹੋਵੇ। ਖਿਆਲ ਕਰਨਾ, ਕਰਤਾਰ ਨੇ ਸਾਡਾ ਸਰੀਰ ਇਹੋ ਜਿਹਾ ਨਹੀਂ ਬਣਾਇਆ ਕਿ ਸਾਨੂੰ ਸੁੱਖਾਂ ਦੀ ਲੋੜ ਹੀ ਨਾ ਹੋਵੇ। ਸੁੱਖ ਤੇ ਖੁਸ਼ੀ ਇਹ ਹਿਰਦੇ ਨੂੰ ਖੇੜਾ ਦਿੰਦੇ ਹਨ। ਖੁਸ਼ੀ ਤੋਂ ਬਿਨਾ ਜੀਵ ਇਸ ਸੰਸਾਰ ਵਿੱਚ ਜਿਉਣਾ ਬੜਾ ਮੁਸ਼ਕਲ ਬਾਤ ਹੈ। ਔਰ ਖੁਸ਼ੀ ਕਿਹਦੇ ਵਿੱਚ ਹੈ? ਖੁਸ਼ੀ ਦੀ ਭਾਲ ਦੇ ਠੀਕ ਤਰੀਕੇ ਸਾਨੂੰ ਨਹੀਂ ਮਿਲੇ। ਅਸੀਂ ਖੁਸ਼ੀ ਜਾਂ ਸੁੱਖ ਦੁਨੀਆ ਦੇ ਪਦਾਰਥਾਂ ਵਿੱਚ ਲੱਭ ਲਿਆ, ਪਰ ਸਤਿਗੁਰੂ ਜੀ ਸਾਨੂੰ ਉੱਥੇ ਸਮਝਾਉਂਦੇ ਹਨ, ਸੁੱਖ ਨਾਹੀਂ ਬਹੁਤੇ ਧਨ ਖਾਟੇ,
सुख नाही पेख्या निरत नाटे, सुख नाही वो देश कमाए, सर्व सुखा हर हर गुण गाए। बस गल समझण ਦੀ ਲੋੜ ਤਾਂ ਇਹ ਸੀ ਕਿ ਸੁੱਖਾਂ ਦਾ ਸੰਕਲਪ ਵੀ ਸਾਨੂੰ ਸਮਝ ਵਿੱਚ ਨਾ ਆਇਆ। ਜਦ ਤੱਕ ਸੁੱਖ ਦਾ ਸੰਕਲਪ ਸਾਡੀ ਸਮਝ ਵਿੱਚ ਨਾ ਆਇਆ, ਸੁੱਖ ਦੀ ਪਰਿਭਾਸ਼ਾ ਹੀ ਸਾਨੂੰ ਸਮਝ ਨਾ ਆਈ, ਉਨੀ ਦੇਰ ਤੱਕ ਅਸੀਂ ਸੁੱਖਾਂ ਦਾ ਤੇ ਦੁੱਖਾਂ ਦਾ ਅੰਤਰ ਵੀ ਨਾ ਸਮਝ ਸਕੇ। ਸੁੱਖ ਤੇ ਦੁੱਖ ਦਾ ਅੰਤਰ ਸਮਝਣ ਦੀ ਬਹੁਤ ਵੱਡੀ ਲੋੜ ਹੈ। ਦੁੱਖ ਦਾਰੂ ਕਦੋਂ ਬਣਦੇ ਨੇ? ਜਦੋਂ ਸਾਨੂੰ ਸੁੱਖ ਤੇ ਦੁੱਖ ਦੀ ਪਰਿਭਾਸ਼ਾ ਸਮਝ ਆ ਜਾਏ। ਜਦ ਤੱਕ ਸਾਨੂੰ ਪਰਿਭਾਸ਼ਾ ਸਮਝ ਨਹੀਂ ਆਉਂਦੀ, ਤਦ ਤੱਕ ਜੀਵਨ ਦਾ ਆਨੰਦ ਅਸੀਂ ਨਹੀਂ ਮਾਣ ਸਕਦੇ। ਜਦ ਤੱਕ ਸਾਨੂੰ ਪਰਿਭਾਸ਼ਾ ਸਮਝ ਨਹੀਂ ਆਉਂਦੀ, ਸਾਨੂੰ ਸੁੱਖ ਦੀ ਪਰਿਭਾਸ਼ਾ, ਸੁੱਖ ਦੀ ਸੰਕਲਪ ਦਾ ਸਮਝਾਉਣਾ ਬੜਾ ਜ਼ਰੂਰੀ ਹੈ। ਦਿਨੋਂ ਦਿਨ ਸਾਇੰਸ ਵਧ ਰਹੀ ਹੈ, ਤਰੱਕੀ ਕਰ ਰਹੀ ਹੈ, ਸਾਨੂੰ ਇਹ ਗੱਲਾਂ ਸਿਖਾ ਰਹੀ ਹੈ ਕਿ ਕੁਦਰਤ ਦੀਆਂ ਸਭ ਚੀਜ਼ਾਂ ਦਾ ਅਸਲ ਰਾਜ, ਪਰ ਸਮਝਣ ਦੀ ਲੋੜ ਹੈ ਕਿ ਕੁਦਰਤ ਦੀਆਂ ਸਭ ਚੀਜ਼ਾਂ ਦਾ ਅਸਲ ਰਾਜ ਸਾਡੀਆਂ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ। ਮਨੁੱਖ ਦੇ ਨਿਰਾ ਅੱਖਾਂ ਨਾਲ ਤੁਰਨਾ ਤੇ ਗਿਆਨ ਦੀਆਂ ਗੱਲਾਂ ਕਰੀ ਜਾਣ ਦੇ ਨਾਲ ਨਾਲ ਇੱਕ ਚੀਜ਼ ਸ਼ਰਧਾ ਦਾ ਹੋਣਾ ਬੜਾ ਜ਼ਰੂਰੀ ਹੈ। ਧਰਮ ਦੇ ਰਸਤੇ ਦੇ ਵਿੱਚ ਸਭ ਤੋਂ ਪਹਿਲੀ ਸਿੱਖਿਆ ਹੈ ਕਿ ਮਨੁੱਖ ਗਿਆਨ ਤੇ ਸ਼ਰਧਾ ਦਾ ਸੁਮੇਲ ਹੋਵੇ। ਇਸ ਮਨੁੱਖ ਜੀਵਨ ਨੂੰ ਸਮਝਣ ਲਈ ਇਹਨਾਂ ਅੱਖਾਂ ਤੋਂ ਕੰਮ ਨਾ ਲਈਏ, ਵਿਸ਼ਵਾਸ, ਭਰੋਸਾ ਤੇ ਨਿਰੰਕਾਰ ਦੇ ਉੱਤੇ ਆਪਣੀ ਟੇਕ ਰੱਖਦਾ ਵੀ ਕੰਮ ਲਈਏ। ਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ, ਜਪ ਦੀ ਬਾਣੀ ਦੀ ਪੰਕਤੀ ਨੂੰ ਸਮਝੀਏ। ਕੀਤਿਆਂ ਦੁਖ ਭੂਖ ਸਦ ਮਾਰ, ਏ ਪੇ ਦਾਤ ਤੇਰੀ ਦਾਤਾਰ। ਇਹ ਗੱਲ ਸਮਝਣ ਦੀ ਬੜੀ ਲੋੜ ਹੈ ਵੀ ਦੁੱਖ ਦਾਤ ਕਦੋਂ ਬਣਦੇ ਹਨ, ਇਹਨੂੰ ਦਾਤ ਕਰਕੇ ਕਿਵੇਂ ਮੰਨਿਆ ਜਾਵੇ। ਬਸ ਇਹ ਗੱਲ ਅਖੀਰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਦੁਖੀ ਹੁੰਦੇ ਹਾਂ, ਕਦੋਂ ਹੁੰਦੇ ਹਾਂ? ਜਦੋਂ ਸੁੱਖ ਦਾ ਮਿਆਰ ਨਿਰਾ ਆਪਣੀ ਸਮਝ ਅਨੁਸਾਰ ਅਸੀਂ ਬਣਾ ਲੈਂਦੇ ਹਾਂ, ਸੁੱਖ ਦੀ ਪਰਿਭਾਸ਼ਾ ਨੂੰ ਆਪਣੀ ਸਮਝ ਦਾ ਬਣਾ ਲੈਂਦੇ ਹਾਂ। ਇੱਕ ਬੜਾ ਮਸ਼ਹੂਰ ਕਵੀ ਹੋਇਆ ਮਿਲਟਨ। ਮਿਲਟਨ ਦੀਆਂ ਦੋਨੇ ਅੱਖਾਂ ਦੀ ਨਜ਼ਰ ਚਲੀ ਗਈ। ਦੂਜੇ ਲਫ਼ਜ਼ਾਂ 'ਚ ਇਹ ਕਹਿ ਲਈਏ, ਉਸ ਨੂੰ ਦਿਸਣਾ ਬੰਦ ਹੋ ਗਿਆ। ਆਮ ਭਾਸ਼ਾ ਵਿੱਚ ਉਸਨੂੰ ਅੰਨਾ ਕਿਹਾ ਜਾਂਦਾ ਹੈ। ਆਪਣੇ ਅੰਨੇ ਹੋਣ ਤੇ ਉਸਨੇ ਇੱਕ ਬੜੇ ਹੀ ਉੱਚ ਦਰਜੇ ਦੀ ਕਵਿਤਾ ਲਿਖੀ, ਬਹੁਤ ਕਮਾਲ ਦੀ। ਅੰਨੇ ਹੋਣ ਦੇ ਦੁੱਖ ਕਲੇਸ਼ ਦੱਸ ਕੇ ਫਿਰ ਮਾਲਕ ਦੀ ਰਜ਼ਾ ਵਿੱਚ ਆਉਂਦਾ ਤੇ ਆਖਦਾ ਹੈ, ਇੱਕ ਨੇਤਰਹੀਨ ਮਨੁੱਖ ਭਾਵੇਂ ਪਰ ਅਧੀਨ ਹੋ ਜਾਂਦਾ ਹੈ। ਇਹ ਗੱਲ ਸਮਝਣ ਵਾਲੀ ਹੈ। ਇੱਕ ਨੇਤਰਹੀਨ ਮਨੁੱਖ ਭਾਵੇਂ ਪਰ ਅਧੀਨ ਹੋ ਜਾਂਦਾ ਹੈ, ਪਰ ਜੋ ਨਿਰੇ ਖੜੋਤੇ ਉਡੀਕਦੇ ਹੀ ਰਹਿੰਦੇ ਹਨ, ਉਹ ਵੀ ਮਾਲਕ ਦੀ ਸ੍ਰਿਸ਼ਟੀ ਵਿੱਚ ਕੋਈ ਸੇਵਾ ਤਾਂ ਕਰ ਹੀ ਰਹੇ ਹਨ। ਕਹਿੰਦਾ ਇਹ ਸਮਝਣ ਦੀ ਲੋੜ ਹੈ। They also serve who stand and wait। ਜਿਹੜੇ ਖੜੇ ਹਨ, ਇਹ ਨਾ ਸਮਝਣਾ ਵੀ ਜਿਸ ਕੋਲ ਦਿਖਣਾ ਨਹੀਂ ਜਾਂ ਦਿਸਦਾ ਨਹੀਂ ਜਾਂ ਜਿਹੜਾ ਦੇਖ ਨਹੀਂ ਸਕਦਾ, ਉਹ ਕੋਈ ਤਰੱਕੀ ਨਹੀਂ ਕਰ ਸਕਦਾ। ਕਹਿੰਦਾ ਨਹੀਂ, ਇਸ ਆਪਣੇ ਅੰਨੇਪਨ ਵਿੱਚ ਵੀ ਇਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹੈ ਕਿ ਮਾਲਕਾ, ਕੀ ਹੋਇਆ ਤੂੰ ਅੱਖਾਂ ਦੀ ਜੋਤ ਲੈ ਲਈ, ਪਰ ਅੱਖਾਂ ਦੀ ਜੋਤ ਤੇ ਰਹਿਣ ਦੇ ਬਾਵਜੂਦ ਮੇਰਾ ਗੁਣ ਤਾਂ ਖਤਮ ਨਹੀਂ ਕੀਤਾ। ਜਿਹੜਾ ਕਵਿਤਾ ਦਾ ਗੁਣ ਸੀ, ਇਹ ਹੈ ਉਹ ਦੁੱਖ ਨੂੰ ਸੁੱਖ ਵਿੱਚ ਕਿਵੇਂ ਤਬਦੀਲ ਕੀਤਾ ਜਾ ਸਕਦਾ ਹੈ। ਜੇ ਇਹ ਨਹੀਂ ਹੋਵੇ, ਜੇ ਇਹ ਵਿਚਾਰ ਨਾ ਬਣਨ, ਤਾਂ ਫਿਰ ਅਕਾਲ ਪੁਰਖ ਦੇ ਉੱਤੇ ਦੂਸ਼ਣ ਲੱਗਦਾ ਹੈ। ਫਿਰ ਅਸੀਂ ਸਾਰਾ ਦੋਸ਼ ਅਕਾਲ ਪੁਰਖ ਦੇ ਉੱਤੇ ਦੇ ਦਿੰਦੇ ਹਾਂ। ਫਿਰ ਅਸੀਂ ਸਾਰਾ ਦੋਸ਼ ਅਕਾਲ ਪੁਰਖ ਦੇ ਉੱਤੇ ਹੀ ਦੇ ਦਿੰਦੇ ਹਾਂ, ਜੇ ਇਹ ਗੱਲ ਨਾ ਹੋਵੇ। ਦੁਨੀਆ ਵਿੱਚ ਜਿੰਨਾ ਦੁੱਖ ਹੈ, ਇਹ ਸਮਝ ਲੈਣਾ ਚਾਹੀਦਾ ਹੈ ਵੀ ਉਹ ਦਾਰੂ ਹੈ।
दुख दुख नहीं, दुख दारू है। अकाल पुरख आप जगत के दुखों तो परे है, पर फिर भी एक अचरज खेड़ है उसकी कि गुरु हो रूप होके साडे सामने दिसता है। अज वो गुरु जालम की तत्ती लोह के उत्ते बैठा होया है। कभी ख्याल करके देखना, तत्ती लोह ते बैठा होया भी ये गुरु लाहनो मैं काहू ना दियो, मन मीठ तो हारो की दियां ये लोरियां गाई जाता है। तत्ती लोह ते बैठा होया भी ये तेरा किया मीठा लागे दी जुगती सानू समझा रहा है। साईं मियां मीर ने आके कहा, तेरे पातशाह कहो तो लाहौर दी इट नाल इट खड़का दियां, तो लाहौर दी इट नाल इट खड़का दियां। तो गुरु पातशाह का जवाब बड़ा खूबसूरत सी, साईं जी अध्यात्मक शक्तियां दी वरतो इस नाशवान शरीर ਲਈ नहीं करी दी। अध्यात्मिक शक्तियां दी वरतो केवल अध्यात्मक पक्ष ते ही की जाती है। ये करतार का हुक्म है, इस करतार के हुक्म नूं खिड़े मत्थे प्रवान करना जान चाहिए है। आग्या मान जान सुख पाया, सुन सुन नाम तहारो जियो, इहां उहां और तुम ही ये गुरते मंत्र दड़ियो। यह उलाहनों मैं काहू ना दियो, मन मीठ तुहारो कियो। गुरु नानक पातशाह के बोल हैं। अज गुरु जरवाने की कैद विच है, ग्वालियर के किले विच गुरु कैद है। ग्वालियर के किले विच कहानी सारिਆਂ ने पढ़ी हुई, मैं ज्यादा समय तो लवांगा नहीं। वो साखी नूं पढ़ो। ग्वालियर के किले तो रहा हुए गुरु जहांगीर बादशाह दा एक पासे कैंप है, एक पासे मेरे सतगुरु का कैंप है। एक गरीब घाई घाह का पंड चुक के सिर ते जहांगीर दे आके दरबार में जाना चाहता है। पहरेदार ने एहलकारा ने रोक दिता है। बादशाह के कहने ते अंदर चला गया, जाके उसके पैरों ते पंड रख दी, घाह की पंड। कह लगा मेरी ये भेटा प्रवान करना, मैनू इत्थे ते उत्थे दा सुख बख्श देना, इत्थे ते उत्थे दा सुख बख्श देना। बादशाह जहांगीर कह लगा, भोलिया मैनू लगता है तू गलत कैंप विच आ गया। दुनिया का हर धन दौलत हर पैसा तेनू दे सकता हाँ, पर जो चीज़ तू मंगी है वो मेरे पास नहीं है। वो नाल दे तंबू विच बैठा होया कैंप उत्थे है। घाई ने घाह की पंड चुक ली। हौसला देखो, बादशाह दे अगों भेंट की हुई चीज भी चुक ली ते कह लगा, बादशाह तू की जाने जेड़ा स्वाद मैनू गुरु दे इत्थे ते उत्थे दे सुख विच है, वो तेरे दुनिया दे इन्हां पदार्थां विच नहीं, सोने चांदी दीयां महल नमाड़ियां विच नहीं। जाके गुरु दरबार विच हाजिर हो गया। घाह की पंड रख के पहला माफी मंग ली, पातशाह भुल गया सा, गलती हो गई कि सिर गुरु तो बिना अज तक किसी के झुकिया नहीं सी। अज गलती नाल शीस मेरा बादशाह के झुक गया है। उस गुस्ताखी की आप तो खिमा चाहता हाँ। तो गुरु पातशाह 6वें पातशाह ने उठ के आप गले न लाया। उस इत्थे ते उत्थे दे सुख की वार्ता उत्थे भी दुहराई सो, पर गुरु हरगोबिंद महाराज सच्चे पातशाह जी ने बख्शा कीतियां हन। जिसनों दुख सुख का संकल्प समझ आ जाए, समझ आ जाए कि सुख दुनिया के पदार्थों के विच नहीं है, सुख गुरु के मिलाप विच है। दुनिया के दुख नूं फिर दारू जापते हैं। अज उस गुरु नूं देखो, चमकौर का मैदान देखो, उस चमकौर की गढ़ी देखो, कच्ची गढ़ी
ਗੁਰੂ ਸਾਹਮਣੇ ਬੈਠਾ ਹੋਇਆ ਆਪਣੇ ਜਿਗਰ ਦੇ ਟੁਕੜਿਆਂ ਨੂੰ ਤੋੜ ਰਿਹਾ ਹੈ ਉਸ ਮੈਦਾਨ ਵਿੱਚ ਜਿੱਥੋਂ ਕਿਸੇ ਨੇ ਵਾਪਸ ਨਹੀਂ ਆਉਣਾ। ਤੇ ਗੁਰੂ ਪਾਤਸ਼ਾਹ ਦਾ ਜਿਗਰਾ ਦੇਖੋ, ਇਸ ਦੁੱਖ ਵਿੱਚ ਸੁੱਖ ਕਿਵੇਂ ਮਨਾ ਰਹੇ ਹਨ, ਦੁੱਖ ਦਾਰੂ ਕਿਵੇਂ ਬਣਦਾ ਹੈ। ਤੇ ਉੱਥੇ ਚਾਰ ਲਾਲ ਸਤਿਗੁਰੂ ਦੇ ਹਨ, ਦੋ ਦਾ ਪਤਾ ਨਹੀਂ ਕਿੱਥੇ ਚਲੇ ਗਏ। ਇੱਕ ਅੱਖਾਂ ਦੇ ਸਾਹਮਣੇ ਪਹਿਲਾ ਸ਼ਹੀਦ ਹੋ ਗਿਆ, ਜੁਝਾਰ ਸਿੰਘ ਵੀ ਖੜਾ ਹੋ ਗਿਆ ਤੇ ਉਸ ਮੈਦਾਨ ਵਿੱਚ ਜਾਣ ਦੀ ਆਗਿਆ ਮੰਗਦਾ ਜਿੱਥੋਂ ਕਿਸੇ ਨੇ ਮੁੜ ਕੇ ਨਹੀਂ ਆਉਣਾ। ਹਜ਼ੂਰ ਨੇ ਉਹਦੀ ਛਾਤੀ ਨੂੰ ਗਿੱਠ ਦੇ ਨਾਲ ਮਿਲਿਆ, ਕਹਿਣ ਲੱਗੇ ਬੇਟਾ ਇਹ ਛਾਤੀ ਐਡੀ ਕੁ ਵੱਡੀ ਹੋ ਚੁੱਕੀ ਹੈ ਜਿਸ ਛਾਤੀ ਵਿੱਚ ਦੁਸ਼ਮਣ ਦੇ ਲੱਖਾਂ ਤੀਰ ਸਮਾ ਸਕਦੇ ਹਨ। ਗੱਲ ਕਰਿਓ, ਉਹ ਸਤਿਗੁਰੂ ਦਾ ਲਾਲ ਅੱਖਾਂ ਦੇ ਸਾਹਮਣੇ ਜਾ ਕੇ ਟੁਕੜੇ ਹੋ ਗਿਆ। ਤੇ ਕਲਗੀਧਰ ਪਾਤਸ਼ਾਹ ਨੇ ਫਿਰ ਪਰਮੇਸ਼ਰ ਦਾ ਸ਼ੁਕਰ ਕਿਹਨਾਂ ਲਫ਼ਜ਼ਾਂ 'ਚ ਕੀਤਾ। ਭਾਈ ਸੋਹਣ ਸਿੰਘ ਸੀਤਲ ਜੀ ਨੇ ਲਿਖਿਆ ਹੈ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛਟੇਰਾ, ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ, ਹੱਥ ਮਨ ਬੋਲੇ ਸਤਿਗੁਰੂ ਵਾ ਭਾਣਾ ਤੇਰਾ, तेरा तुझको सौंपते क्या लागे मेरा, हुक्म रजाई चलना जो करे चंगेरा, पंथ वसे मैं उजड़ा ये चाओ कनेरा, वाह वाह गुरु गोबिंद सिंह धन तेरा जेरा। दुखों में सुख मनाने की कहानी है जो गुरु ने सानू जाच दसी है। सतगुरु पातशाह जी के चारे लाल शहीद हो जाते हैं, पर किते है उलामा है शिकन। गुरु हरगोबिंद पातशाह जी का बेटा अटल राय चलाना कर गया, बेटी का चले जाना कोई सौखी बात नहीं है। साईं दास गुरु जी का सांढू परचौनी विच आया ते सतगुरु के चेहरे ते जलाल ते खेड़ा वेख के कहन लगा पातशाह जवान बेटे दे मरण का दुख नहीं होया, जवान बेटे दे मर जान दा तुर जान दिया कोई दुख नहीं होया। गुरु हरगोबिंद महाराज सच्चे पातशाह ने जवाब किया, कहने लगे साईं दास इउं कर अपने उंगल दे नाल अस मिट्टी ते लकीर खिंचते, लकीर खिंच दिती। सो साईं दास सुन हथ दी तली नाल लकीर नूं मिटा दे, लकीर मिटा दिती है। हुण गुरु पातशाह सवाल किया, साईं दास लकीर खिंचन लग्या कोई खुशी हुई? कहने लगा पातशाह तुहाडा हुक्म होया मैं खिंच दिती। लकीर मिटाउण लग्या कोई दुख होया? नहीं पातशाह तुहाडा हुक्म होया ये लकीर मिटा दिती। ते हुण गुरु पातशाह कहने लगे ओए साईं दास उस करतार दे हुक्म विच अटल राय नाम दी लकीर इस दुनिया ते खिंची गई सी ते अज उस करतार दे हुक्म विच अटल राय नाम दी लकीर मिट गई है। दस दुख कादा ते सुख कादा, दस दुख कादा ते सुख कादा। दुख नूं दारू करके मनण दी जाच सानू सिख इतिहास विचों मिलदी है। वड्डे तो वड्डा सुख उसदे पास है, किहदे पास? गुरु दे पास। वड्डे तो वड्डा जीवन दी जाच गुरु दे कोल है, पर गुरु ही दसदा दुख नूं दारू किवें मनना है। ਉਹਨੂੰ ਇਹ ਦੁੱਖ ਤੇ ਕਲੇਸ਼ ਪ੍ਰਤੀਤ ਕਿਉਂ ਨਹੀਂ ਹੁੰਦਾ? ਖਿਆਲ ਕਰਿਓ, ਇਸ ਗੱਲ ਨੂੰ ਸਮਝਣ ਲਈ ਪਿਆਰ ਤੇ ਕੁਰਬਾਨੀ ਦਾ ਹੋਣਾ ਜਜ਼ਬਾ ਬੜਾ ਜ਼ਰੂਰੀ ਹੈ। ਪਿਆਰ ਤੇ ਕੁਰਬਾਨੀ, ਉਹਨਾਂ ਨੂੰ ਦੁੱਖ ਕਲੇਸ਼ ਕਿਉਂ ਨਹੀਂ ਪਾਉਂਦੇ? ਦੁੱਖ ਦਾਰੂ ਕਿਉਂ ਜਾਪਦਾ ਹੈ? ਸਾਰੀ ਕੁਰਬਾਨੀ ਖੁਸ਼ੀ 'ਚ ਬਦਲ ਜਾਂਦੀ ਹੈ ਜਦੋਂ ਇਹ ਬੰਦੇ ਦੇ ਅੰਦਰ ਅਹਿਸਾਸ ਹੋਵੇ ਕਿ ਇਹ ਮੈਂ ਉਸਦੇ ਹੁਕਮ ਦੀ ਕਾਰ ਕਮਾ ਰਿਹਾ ਹਾਂ, ਉਸਦੇ ਹੁਕਮ ਦੀ ਕਾਰ ਕਮਾ ਰਿਹਾ ਹਾਂ। ਨਨਕਾਣਾ ਸਾਹਿਬ ਵਿੱਚ ਭਾਈ ਲక్ష్మణ ਸਿੰਘ ਧਾਰੋਵਾਲ ਦਾ ਜੱਥਾ ਪਹੁੰਚਿਆ, ਸ਼ਾਂਤਮਈ ਰਹਿਣ ਦਾ ਪ੍ਰਣ ਕਰ ਲਿਆ ਤੇ ਲక్ష్మణ ਸਿੰਘ ਧਾਰੋਵਾਲ ਨੇ ਇੱਕ ਅਰਦਾਸ ਕੀਤੀ ਹੈ। ਅਰਦਾਸ ਦੇ ਬੋਲ ਬੜੇ ਕਮਾਲ ਦੇ ਹਨ। ਹਰ ਸਿੱਖ ਨੂੰ ਉਹ ਬੋਲਾਂ ਨੂੰ ਆਪਣੇ ਜੀਵਨ ਵਿੱਚ ਥਾਂ ਦੇਣੀ ਚਾਹੀਦੀ ਹੈ। ਗੁਰੂ ਨਾਨਕ ਤੇਰੇ ਦਰ ਦੇ ਕੂਕਰ ਤੇਰੇ ਦਰਸ਼ਨਾਂ ਨੂੰ ਆਏ ਹਨ, ਇਰਾਦਾ ਧਾਰਿਆ ਹੈ
ਤੇਰੇ ਦਰ ਤੇ ਹੋ ਰਹੀਆਂ ਕੁਰੀਤੀਆਂ ਨੂੰ ਖੂਨ ਪਾ ਕੇ ਧੋ ਦੇਣ ਦਾ। ਇਹ ਮੇਰੇ ਸਤਿਗੁਰਾ ਬਲ ਬਖਸ਼, ਅਸੀਂ ਇਸ ਕੰਮ ਨੂੰ ਨੇਪਰੇ ਚਾੜ ਸਕੀਏ ਜਾਂ ਆਪਣੇ ਸਰੀਰ ਰੂਪੀ ਮਿੱਟੀ ਦੇ ਠੀਕਰੇ ਤੇਰੇ ਦਰ ਤੇ ਬੰਦ ਕੀਏ। ਦੁੱਖ ਵਿੱਚ ਸੁੱਖ ਮਨਾ ਰਹੇ ਹਨ, ਦੁੱਖ ਦਾਰੂ ਜਾਪ ਰਿਹਾ ਹੈ, ਕਿਉਂਕਿ ਆਪਣੇ ਗੁਰੂ ਤੋਂ ਕੁਰਬਾਨ ਹੋਣ ਚੱਲੇ ਹਨ, ਆਪਣੇ ਗੁਰੂ ਤੋਂ ਕੁਰਬਾਨ ਹੋਣ ਚੱਲੇ ਹਨ। ਜੀਉਣ ਦੀ ਲੋੜ ਕਿਹਨੂੰ ਨਹੀਂ ਹੁੰਦੀ, ਜੀਵਨ ਹਰ ਬੰਦੇ ਨੂੰ ਚਾਹੀਦਾ ਹੈ, ਪਰ ਜਿਹੜਾ ਮਨੁੱਖ ਦੂਜੇ ਦੀ ਖਾਤਰ ਆਪਣੀ ਜਿੰਦ ਵਾਰਨੀ ਸਿੱਖ ਲਵੇ, ਦੂਜੇ ਦੇ ਖਾਤਰ ਜਿਉਣਾ ਸਿੱਖ ਲਵੇ, ਫਿਰ ਉਸ ਕੁਰਬਾਨੀ ਵਿੱਚੋਂ ਹੀ ਉਸਨੂੰ ਸੁੱਖ ਮਹਿਸੂਸ ਹੁੰਦਾ ਹੈ। ਜੀਵਨ ਆਪਣੇ ਲਈ ਨਹੀਂ, ਸਿੱਖ ਦਾ ਜੀਵਨ ਆਪਣੇ ਲਈ ਨਹੀਂ ਹੈ। ਜਦ ਤੱਕ ਇਹ ਜੀਵਨ ਆਪਣੇ ਤੇ ਆਪਣੇ ਪਰਿਵਾਰ ਤੱਕ ਸੀਮਤ ਹੈ, ਫਿਰ ਇਹ ਦੁੱਖਾਂ ਵਿੱਚ ਹੀ ਹੋਏਗਾ, ਇਹਨੂੰ ਹਰ ਗੱਲ ਦਾ ਦੁੱਖ ਲੱਗੇਗਾ। ਪਰ ਜਦੋਂ ਇਹਦੇ ਸੋਚ ਮੰਡਲ ਵਿੱਚ ਇਹ ਸਾਰਾ ਸੰਸਾਰ ਇਸ ਨੂੰ ਆਪਣਾ ਪਰਿਵਾਰ ਨਜ਼ਰ ਆਏਗਾ, ਫਿਰ ਇਹ ਦੁੱਖਾਂ ਵਿੱਚੋਂ ਵੀ ਸੁੱਖ ਨੂੰ ਵੇਖੇਗਾ, ਦੁੱਖਾਂ ਵਿੱਚੋਂ ਵੀ ਸੁੱਖ, ਇਹਦੀ ਸੋਚ ਵੱਡੀ ਹੋ ਜਾਏਗੀ। ਪਰ ਆਮ ਮਨੁੱਖ ਇਸ ਗੱਲ ਨੂੰ ਸਮਝਦਾ ਨਹੀਂ। ਜੇ ਮਨੁੱਖ ਕਿਸੇ ਉੱਚੇ ਜਜ਼ਬੇ ਜਾਂ ਜੋਸ਼ ਵਿੱਚ ਹੋਵੇ ਤਾਂ ਉਹ ਕਲੇਸ਼ ਜੋ ਸਧਾਰਨ ਮਨੁੱਖ ਲਈ ਬੜੇ ਦੁਖਦਾਈ ਜਿਹੇ ਜਾਪਦੇ ਹਨ, ਉਹਨੂੰ ਨੇੜੇ ਤੱਕ ਵੀ ਨਹੀਂ ਆਉਂਦੇ। ਕਈ ਵਾਰੀ ਉਹਨੂੰ ਸੁਖਦਾਈ ਲੱਗਦੇ ਹਨ, ਸੁੱਖ ਲੱਗਦਾ ਹੈ। ਕਿਸ ਦਾ ਜੀਲ ਕਰਦਾ ਹੈ 25 ਸਾਲ ਦੀ ਉਮਰ ਵਿੱਚ ਆਪਣੀ ਖੋਪੜੀ ਨੂੰ ਅਲੱਗ ਕਰਵਾ ਲੈਣਾ? ਕਿਸ ਦਾ ਦਿਲ ਕਰਦਾ ਹੈ ਰਾਜ ਭਾਗ ਦਾ ਲਾਲਚ ਛੱਡ ਕੇ ਤੇ ਆਪਣੇ ਆਪ ਨੂੰ ਨੀਹਾਂ ਵਿੱਚ ਖੜੇ ਕਰਵਾ ਲੈਣਾ? ਪਰ ਅੰਦਰ ਜਜ਼ਬਾ, ਅੰਦਰ ਪਿਆਰ, ਅੰਦਰ ਮੁਹੱਬਤ ਆਪਣੇ ਗੁਰੂ ਦੀ ਹੈ, ਜਿਸ ਕਰਕੇ ਇਹ ਸਭ ਕੁਝ ਕੁਰਬਾਨ ਕਰ ਦਿੱਤਾ ਗਿਆ। ਇਹ ਤਾਂ ਭਖਦੇ ਅੰਗਿਆਰਾਂ ਨੂੰ ਖਾਣ ਵਾਲੀ ਗੱਲ ਹੈ। ਪਿਆਰ ਦਾ ਜਜ਼ਬਾ ਜਿੰਨਾ ਵਧੀਕ ਹੁੰਦਾ ਜਾਏਗਾ, ਜਿੰਨੀ ਗੁਰੂ ਨਾਲ ਮੁਹੱਬਤ ਤੇ ਪਿਆਰ ਹੁੰਦਾ ਜਾਏਗਾ, ਓਨਾ ਹੀ ਦੁੱਖ ਵਧੇਰੇ ਪਿਆਰਾ ਲੱਗਦਾ ਜਾਏਗਾ। ਉਹਨਾਂ ਦੁੱਖਾਂ ਵਿੱਚੋਂ ਕਦੀ ਉਲਾਮਾ ਨਹੀਂ ਨਿਕਲੇਗਾ। ਉਹੀ ਬੋਲ ਫਿਰ ਦੁਹਰਾ ਰਿਹਾ ਹਾਂ, ਉਲਾਹਨੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਉਹੀ ਬੋਲ ਬੋਲਦੇ ਹਨ। ਕਿਉਂ? ਜਿਨ੍ਹਾਂ ਦੇ ਅੰਦਰ ਗੁਰੂ ਨਾਲ ਮੁਹੱਬਤ ਬਣ ਜਾਂਦੇ, ਗੁਰੂ ਦੇ ਨੇੜੇ ਹੋ ਜਾਂਦੇ ਹਨ। ਉਹ ਤਾਂ ਇਹੋ ਹੀ ਗੱਲ ਕਰਦੇ ਨੇ, ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰਿਆਉਂਦ, ਬਾਜ ਪਿਆਰੇ ਆਪਣੇ, ਬਿਰਹੀ ਨਾ ਧਿਰੌਂਦ। ਉਹ ਤਾਂ ਵਿਛੋੜਾ ਸੁਣਦਿਆਂ ਹੀ ਦੁੱਖ ਲੱਗ ਜਾਂਦਾ ਹੈ। ਉਹ ਸੁਣਦੇ ਹਨ, ਮਹਾਰਾਜ ਦੁਨੀਆ ਦੇ ਦੁੱਖਾਂ ਦੀ ਪਰਵਾਹ ਨਹੀਂ, ਪਰ ਤੇਰੇ ਚਰਨਾਂ ਤੋਂ ਇੱਕ ਪਲ ਦਾ ਵਿਛੋੜਾ ਵੀ ਮੇਰਾ ਜਿਹੜਾ ਹੈ ਉਹ ਜੀਵਨ ਨੂੰ ਤਬਾਹ ਕਰ ਦਿੰਦਾ ਹੈ। ਦੁੱਖ ਇਹ ਹੈ ਗੁਰੂ ਤੋਂ ਵਿਛੜ ਜਾਣਾ। ਦੁਨੀਆ ਦੇ ਦੁੱਖ ਤਾਂ ਆਉਂਦੇ ਜਾਣਗੇ, ਇਹ ਕੱਪੜੇ ਹਨ ਪਾਉਣੇ ਪੈਣਗੇ, ਇਹ ਕੱਪੜੇ ਹਨ ਪਹਿਨਣੇ ਪੈਣਗੇ। ਇਹ ਤਾਂ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਾਨੂੰ ਸਮਝਾ ਦਿੱਤੀ ਹੈ ਨਾ, ਵੀ ਇਹ ਜਿਹੜੀ ਕਮਾਲ ਦੀ ਕਹਾਣੀ ਹੈ, ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰਿਆਉਂਦ, ਬਾਜ ਪਿਆਰੇ ਆਪਣੇ, ਬਿਰਹੀ ਨਾ ਧਿਰੌਂਦ। ਧੀਰਜ ਕਿਵੇਂ ਕਰੇ, ਕਿਵੇਂ ਤਰੇ ਕਰ ਸਕਦਾ ਹੈ? ਧੀਰਜ ਕਰੇ ਵੀ ਕਿਉਂ? ਕਿਉਂਕਿ ਉਹਦਾ ਪਿਆਰ ਉਹਦੇ ਨਾਲ ਹੈ, ਉਹਦੀ ਮੁਹੱਬਤ ਉਹਦੇ ਨਾਲ ਹੈ। ਗੁਰੂ ਦੇ ਨਾਲ ਪਿਆਰ ਪੈ ਜਾਏ, ਜੀਵਨ ਨੂੰ ਚੱਲਣ ਦੀ ਸਮਝ ਆ ਜਾਂਦੀ ਹੈ। ਫਿਰ ਉਹ ਇਹੋ ਹੀ ਗੱਲ ਕਹਿੰਦਾ ਹੈ, ਜਿਸ ਪਿਆਰੇ ਸੋ ਨੇ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨਾ। ਫਿਰ ਅੱਗੋਂ ਇਹੋ ਹੀ ਜਵਾਬ ਮਿਲਦਾ ਹੈ, ਜਿਸ ਨਾਲ ਮੁਹੱਬਤ ਹੈ, ਜਿਸ ਨਾਲ ਪਿਆਰ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਵਾਂਗੂ ਸਮਝਾਉਂਦਾ ਆਪਣੇ ਮਨ ਨੂੰ। ਇਹੋ ਵਿਚਾਰ ਸਨ ਭਾਈ ਦਇਆ ਰਾਮ ਤੇ ਉਹਨਾਂ ਦੇ 4 ਸਾਥੀਆਂ ਦੇ ਅੰਦਰ, ਜਦੋਂ ਦਸ਼ਮੇਸ਼ ਦੀ ਚਮਕਦੀ ਹੋਈ ਸ਼ਮਸ਼ੀਰ ਦੇ ਅੱਗੇ ਆਪਣੀਆਂ ਗਰਦਨਾਂ ਝੁਕਾ ਦਿੱਤੀਆਂ ਸਨ, ਇਹ ਕਹਿ ਕੇ, ਜਿਸ ਪਿਆਰੇ ਸੁਨੇ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨਾ। ਗੁਰੂ ਦੀ ਪਿਆਰ ਹੈ। ਆਪਾ ਵਾਰਨ ਦਾ ਇਹ ਸਵਾਦ ਉਦੋਂ ਬਣਦਾ ਹੈ ਜਦੋਂ ਅੰਦਰ ਪਿਆਰ ਪੈ ਜਾਏ। ਇਹ ਜਜ਼ਬਾ ਉਦੋਂ ਹੋਰ ਵਧੇਕ ਸਵਾਦਲਾ ਹੋ ਜਾਂਦਾ ਹੈ ਜਦੋਂ ਪਿਆਰ ਦੀ ਖਾਤਰ ਆਪਾ ਵਾਰਨ ਦਾ ਵੀ ਸਾਡੇ ਅੰਦਰ ਚਾਅ ਪੈਦਾ ਹੋ ਜਾਏ।
ਕਦੀ ਮਾਂ ਦੀ ਕੁਰਬਾਨੀ ਨੂੰ ਵੇਖਿਆ? ਆਪਣੇ ਸਾਰੇ ਸੁੱਖ ਵਾਰਦੀ ਹੈ। ਜਿਉਂ-ਜਿਉਂ ਕੁਰਬਾਨੀ ਕਰਦੀ ਜਾਂਦੀ ਹੈ, ਤਿਵੇਂ-ਤਿਵੇਂ ਬੱਚੇ ਨਾਲ ਪਿਆਰ ਦੀ ਗੰਢ ਹੋਰ ਪੀढ़ी ਹੁੰਦੀ ਜਾਂਦੀ ਹੈ, ਹੋਰ ਪੱਕੀ ਹੁੰਦੀ ਜਾਂਦੀ ਹੈ। ਆਪਣੇ ਸੁੱਖ ਛੱਡ ਕੇ ਵੀ, ਆਪਣੇ ਸਰੀਰ ਤੇ ਕੋਈ ਕਸ਼ਟ ਝੱਲ ਕੇ ਵੀ ਆਪਣੇ ਬੱਚੇ ਨੂੰ ਦੁਖੀ ਨਹੀਂ ਵੇਖਣਾ ਚਾਹੁੰਦੀ। ਕਿਉਂ? ਅੰਦਰ ਪਿਆਰ ਦਾ ਜਜ਼ਬਾ ਹੈ। ਪਿਆਰ ਤੇ ਕੁਰਬਾਨੀ ਦਾ ਸਾਕ ਡੂੰਘਾ ਹੈ, ਸੰਬੰਧ ਡੂੰਘਾ ਹੈ। ਜਿੱਥੇ ਪਿਆਰ ਹੈ ਉੱਥੇ ਕੁਰਬਾਨੀ ਹੈ। ਤਾਂ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਕਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਇਹ ਚਾਓ ਹੈ, ਅੰਦਰ ਜਜ਼ਬਾ ਹੈ, ਅੰਦਰ ਪਿਆਰ ਹੈ, ਉਸ ਕੁਰਬਾਨ ਹੋਣ ਦੀ, ਉਸ ਪਿਆਰੇ ਤੋਂ ਕੁਰਬਾਨ ਹੋਣ ਦਾ ਸੁਭਾਅ ਹੈ। ਉਸ ਸ਼ਲੋਕ 12 ਦੇ ਅਧੀਕ ਵਿੱਚ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਸੋ ਪੰਨਾ 1412 ਤੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਇਨਸਾਨ ਦਾ ਪਰਮੇਸ਼ਰ ਨੇ, ਕਾਦਰ ਨੇ ਕੋਈ ਸੁਭਾਅ ਐਸਾ ਬਣਾਇਆ ਹੈ ਕਿ ਸਾਡੇ ਅੰਦਰ ਪਿਆਰ ਦੇ ਬਲਬਲੇ ਉਦੋਂ ਉੱਠਦੇ ਹਨ ਜਦੋਂ ਅਸੀਂ ਕੁਰਬਾਨੀ ਕਰੀਏ। ਆਮ ਤੌਰ ਤੇ ਅਸੀਂ ਉਸ ਮਨੁੱਖ ਤੋਂ ਨਫ਼ਰਤ ਕਰਦੇ ਹਾਂ, ਘਿਰਨਾ ਕਰਦੇ ਹਾਂ, ਜੋ ਪਿਆਰ ਤੋਂ ਕੇਵਲ ਇਹੀ ਭਾਵ ਸਮਝਦਾ ਹੈ ਕਿ ਉਸ ਨੂੰ ਹੀ ਕੋਈ ਪਿਆਰ ਕਰੇ। ਪਿਆਰ ਦੀ ਪਰਿਭਾਸ਼ਾ ਬੜੀ ਛੋਟੀ ਜਿਹੀ ਸਮਝ ਲੈਂਦੇ ਆ ਆਮ ਤੌਰ ਤੇ, ਵੀ ਬਸ ਮੇਰੇ ਨਾਲ ਜੇ ਪਿਆਰ ਹੈ ਤਾਂ ਪਿਆਰ ਹੈ, ਬਾਕੀ ਸਾਰੀ ਨਫ਼ਰਤ ਹੈ। ਉਹਨੂੰ ਇਹੋ ਹੀ ਹੁੰਦਾ ਵੀ ਮੇਰੇ ਕਰਕੇ ਭਾਵੇਂ ਦੂਜਾ ਕਸ਼ਟ ਸਹਾਰ ਲਵੇ, ਕੋਈ ਹੋਰ ਧਿਰ ਨੂੰ ਕਸ਼ਟ ਹੁੰਦਾ ਹੋ ਜਾ, ਮੇਰਾ ਨੁਕਸਾਨ ਨਹੀਂ ਹੋਣਾ ਚਾਹੀਦਾ। ਬਸ ਉਹਨੂੰ ਆਪ ਨੂੰ ਸੁੱਖ ਮਿਲੇ, ਆਨੰਦ ਮਿਲੇ, ਖੁਸ਼ੀ ਮਿਲੇ, ਬਾਕੀਆਂ ਦੀ ਕੋਈ ਪਰਵਾਹ ਨਹੀਂ। ਇਹ ਸੁਭਾਅ ਇੱਕ ਐਸੇ ਬਣੇ ਹੋਏ ਹਨ ਇਨਸਾਨ ਦੇ। ਪਰ ਜਿਹੜਾ ਖਿਆਲ ਨਾਲ ਵੇਖੀਏ, ਖਿਆਲ ਨਾਲ ਵਿਚਾਰੀਏ ਵੀ ਸੰਸਾਰ ਦੇ ਦੁੱਖਾਂ ਕਲੇਸ਼ਾਂ ਤੋਂ ਭਾਵ ਕੀ ਹੈ? ਕਿ ਠੀਕ ਨਹੀਂ ਕਿ ਮਨੁੱਖ ਦੇ ਅੰਦਰ ਕੋਈ ਘਾਟਾ ਹੈ? ਕਦੀ ਮਹਿਸੂਸ ਕਰੀਏ ਵੀ ਸਾਡੇ ਅੰਦਰ ਕੋਈ ਕਮੀ ਹੈ ਜਿਸ ਕਰਕੇ ਅਸੀਂ ਦੁੱਖ ਮਹਿਸੂਸ ਕਰਦੇ ਹਾਂ? ਕਿਉਂਕਿ ਰੱਬ ਤਾਂ ਕਿਸੇ ਨੂੰ ਦੁੱਖ ਦਿੰਦਾ ਨਹੀਂ। ਪਰਮੇਸ਼ਰ ਦਾ ਦਇਆ ਕਰਨ ਦੁੱਖ ਹਰਨੰਗ ਹੈ, ਉਚਰੰਗ ਨਾਮ ਕੀਰਤਨ ਹੈ। ਉਹ ਤਾਂ ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ ਹੈ। ਉਹ ਤਾਂ ਕਿਸੇ ਨੂੰ ਦੁੱਖ ਦਿੰਦਾ ਨਹੀਂ। ਕਮੀ ਕਿੱਥੇ ਹੈ? ਕਦੀ ਖਿਆਲ ਕਰਕੇ ਦੇਖੀਏ ਵੀ ਕਮੀ ਕਿੱਥੇ ਹੈ? ਕਮੀ ਕੋ ਸਾਡੇ ਅੰਦਰ ਹੈ। ਸਾਨੂੰ ਸ਼ਾਇਦ ਇਹ ਗੱਲ ਦੀ ਸਮਝ ਨਾ ਆਏ। ਦੁੱਖਾਂ ਕਲੇਸ਼ਾਂ ਦਾ ਭਾਵ ਕੀ ਹੈ? ਅਸਲ ਵਿੱਚ ਦੁੱਖ ਤਾਂ ਜਾਪਦੇ ਹਨ, ਸਾਨੂੰ ਆਪਣੇ ਅੰਦਰ ਦੀ ਸਮਝ ਨਹੀਂ ਆਈ। ਅੰਦਰ ਕਮੀ ਹੈ, ਅੰਦਰ ਘਾਟਾ ਹੈ। ਦੁੱਖ ਅਨੁਭਵ ਵੀ ਤਾਂ ਕਰੀਦਾ ਹੈ ਜੇ ਸੱਚਮੁੱਚ ਇਹ ਸਮਝ ਜਾਂਦੀ, ਫਿਰ ਦੁਨੀਆ ਨੂੰ ਦੁਖੀ ਨਾ ਦੇਖਦਾ, ਇਹ ਦੁਨੀਆ ਤਾਂ ਫਿਰ ਸੁਹਾਵਾ ਬਾਗ ਦੇਖਿਆ ਜਾਂਦਾ। ਫਿਰ ਤਾਂ ਸਮਝ ਆ ਜਾਂਦੀ ਇਹ ਮਾਲੀ ਦੇ ਬੂਟੇ ਹਨ, ਉਹ ਮਾਲੀ ਸਾਡਾ ਕਰਤਾਰ ਹੈ, ਉਸਨੇ ਬੂਟੇ ਲਾਏ ਹਨ। ਕਦੀ ਮਾਲੀ ਵੀ ਆਪਣੇ ਬੂਟਿਆਂ ਨੂੰ ਸੜਦਾ ਹੋਇਆ ਦੇਖਦਾ, ਕਦੀ ਮਾਲੀ ਵੀ ਆਪਣੇ ਬੂਟਿਆਂ ਨੂੰ ਕਦੀ ਮੁਰਝਾਏ ਹੋਏ ਦੇਖਦਾ। ਮਾਲੀ ਦੀ ਜਾਨ ਉਹਨਾਂ ਬੂਟਿਆਂ ਵਿੱਚ ਹੁੰਦੀ ਹੈ। ਉਹ ਭੋਲਿਆ, ਨਿਰੰਕਾਰ ਤਾਂ ਕਦੀ ਤੇਰੀ ਜ਼ਿੰਦਗੀ ਨੂੰ ਦੁਖੀ ਨਹੀਂ ਦੇਖਦਾ, ਨਾ ਹੀ ਤੈਨੂੰ ਦੁੱਖ ਦਿੰਦਾ ਹੈ। ਤੇਰੀ ਸੋਚ ਮੰਡਲ ਦਾ ਫਰਕ ਹੈ ਕਿ ਤੈਨੂੰ ਦੁੱਖ ਤੇ ਸੁੱਖ ਦੀ ਪਹਿਚਾਨ ਕਰਨੀ ਜਾਚ ਨਹੀਂ ਆਈ। ਤੈਨੂੰ ਦੁੱਖ ਨੂੰ ਦਾਰੂ ਸਮਝਣਾ ਨਹੀਂ ਆਇਆ। ਜਦੋਂ ਦੁੱਖ ਨੂੰ ਦਾਰੂ ਸਮਝਣ ਦੀ ਗੱਲ ਆ ਗਈ, ਉਸ ਦਿਨ ਜ਼ਿੰਦਗੀ ਦਾ ਤੇਰਾ ਤੱਤ ਤੇਰੇ ਸਾਹਮਣੇ ਆ ਜਾਏਗਾ। ਤੈਨੂੰ ਦੁਨੀਆ ਸੁਹਾਵਾ ਬਾਗ ਲੱਗੇਗਾ। ਫਿਰ ਤੈਨੂੰ ਇਹ ਨਹੀਂ ਲੱਗੇਗਾ, ਫਿਰ ਇਹੋ ਹੀ ਲੱਗੇਗਾ ਵੀ ਮੈਂ ਜਦੋਂ ਚੜ੍ਹ ਕੇ ਉੱਚੇ ਦੇਖਿਆ ਤੇ ਮੈਨੂੰ ਹਰ ਪਾਸੇ ਦੁਖੀ ਦੁੱਖ ਨਜ਼ਰ ਆਉਂਦਾ ਹੈ। ਇਹੋ ਹੀ ਦੁੱਖ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਦੇਖਿਆ ਸੀ, ਜਦੋਂ ਉਹਨਾਂ ਨੇ ਜਗਤ ਜਲੰਧਰ ਨੂੰ ਉਤਾਰਨ ਲਈ ਆਪਣੇ ਬੱਚਿਆਂ ਦੀ ਪਰਵਾਹ ਨਾ ਕੀਤੀ, ਆਪਣੇ ਬੱਚਿਆਂ ਦੇ ਪਰਿਵਾਰ ਦੀ ਪਰਵਾਹ ਨਾ ਕੀਤੀ, ਕਿਉਂਕਿ ਗੁਰੂ ਨਾਨਕ ਨੂੰ ਸਾਰਾ ਸੰਸਾਰ ਆਪਣਾ ਪਰਿਵਾਰ ਜਾਪਦਾ ਹੈ। ਦੁੱਖ
ਸੁੱਖ ਦੇ ਦੋ ਹਿੱਸੇ ਹਨ ਪੂਰਨ ਸੁੱਖ ਦੇ। ਇੱਕ ਹੈ ਦੁੱਖ ਸਹਾਰਨਾ ਤੇ ਦੂਜਾ ਹੈ ਪਿਆਰ। ਬਸ ਇਹ ਗੱਲ ਸਮਝਣ ਦੀ ਲੋੜ ਹੈ। ਦੁੱਖ ਸਹਾਰਨਾ, ਕੁਰਬਾਨੀ ਕਰਨੀ, ਜਿਹਦੇ ਜ਼ਿੰਦਗੀ ਵਿੱਚ ਇਹ ਦੋ ਚੀਜ਼ਾਂ ਆ ਗਈਆਂ ਵੀ ਕੁਰਬਾਨੀ ਤੇ ਪਿਆਰ, ਉਹਦੇ ਜੀਵਨ ਵਿੱਚ ਦੁੱਖ ਨਹੀਂ ਹੁੰਦਾ, ਉਹਦਾ ਦੁੱਖ ਦਾਰੂ ਹੁੰਦਾ ਹੈ। ਜਗਤ ਵਿੱਚ ਦੁੱਖ ਸਹਿਣੇ ਤਾਂ ਮਨੁੱਖ ਦੇ ਭਾਗਾਂ ਦੇ ਵਿੱਚ ਆਮ ਦਿਸਦੇ ਹਨ, ਪਰ ਦੂਜਾ ਹਿੱਸਾ ਪਿਆਰ ਕਿਤੇ ਨਜ਼ਰ ਨਹੀਂ ਆਉਂਦਾ, ਜਿਸ ਕਰਕੇ ਸਾਨੂੰ ਦੁੱਖ ਜਾਪਦੇ ਹਨ। ਆਪਣੇ ਦੁੱਖ ਨਜ਼ਰ ਆਉਂਦੇ ਨੇ, ਆਪਣੇ ਕਲੇਸ਼ ਨਜ਼ਰ ਆਉਂਦੇ ਹਨ। ਦੋ ਚੀਜ਼ਾਂ ਦਾ ਮੇਲ ਹੈ ਇਹ ਜੀਵਨ, ਇੱਕ ਹੈ ਕੁਰਬਾਨੀ ਤੇ ਦੂਜਾ ਹੈ ਪਿਆਰ। ਕੁਰਬਾਨੀ ਦਾ ਮਤਲਬ ਦੁੱਖ ਸਹਾਰਨਾ ਤੇ ਪਿਆਰ। ਇਹ ਦੁੱਖ ਸਹਾਰਨੇ ਤਾਂ ਕੁਰਬਾਨੀ ਤਾਂ ਮਨੁੱਖ ਨੂੰ ਆਪਣੇ ਭਾਗਾਂ 'ਚ, ਕਿਸਮਤ ਵਿੱਚ ਕਹਿ ਦਿੰਦਾ, ਰੱਬ ਨੇ ਸਾਡੇ ਕਿਸਮਤ 'ਚ ਹੀ ਦੁੱਖ ਲਿਖੇ ਨੇ। ਪਰ ਦੂਜਾ ਹਿੱਸਾ ਜਿਹੜਾ ਪਿਆਰ ਦਾ ਹੈ, ਉਹਦਾ ਵੀ ਜ਼ਿੰਦਗੀ ਵਿੱਚ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ। ਜਦ ਤੱਕ ਅੰਦਰ ਪਿਆਰ ਦਾ ਜਜ਼ਬਾ ਨਹੀਂ ਆਇਆ, ਤਦ ਤੱਕ ਦੁੱਖ ਸੁੱਖ ਨਹੀਂ ਜਾਪ ਸਕਦੇ। ਫਿਰ ਤਾਂ ਇਹ ਹੋਏਗਾ ਕਿ ਜੋ ਕੁਝ ਹੈ, ਅਸੀਂ ਜੋ ਸਤਿਗੁਰੂ ਪਾਤਸ਼ਾਹ ਦਾ ਸਲੋਕ ਗੁਰੂ ਅੰਗਦ ਦੇਵ ਮਹਾਰਾਜ ਦਾ ਆਉਂਦਾ ਹੈ ਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ ਵਾਲੀ ਹਲਾ ਸਾਡੀ ਹੋ ਜਾਏਗੀ। ਜੀਵਨ ਵਿੱਚ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦ ਤੱਕ ਪਿਆਰ ਜ਼ਿੰਦਗੀ ਵਿੱਚ ਨਹੀਂ, ਜਦ ਤੱਕ ਪਿਆਰ ਸਾਡੇ ਅੰਦਰ ਨਹੀਂ, ਮੁਹੱਬਤ ਸਾਡੇ ਅੰਦਰ ਨਹੀਂ, ਅਸੀਂ ਗੱਲ ਨਹੀਂ ਕਰ ਸਕਦੇ। ਜੀਵਨ ਵਿੱਚ ਸੁੱਖ ਦੁੱਖ ਨੂੰ ਸੁੱਖ ਨਹੀਂ ਸਮਝ ਸਕਦੇ। ਇੱਕ ਵਪਾਰੀ ਧਨ ਖੜਦਾ ਹੈ, ਵਪਾਰ ਕਰਦਾ ਹੈ, ਉਸ ਖੱਟੀ ਵਿੱਚੋਂ ਲੋੜਵੰਦਾਂ ਤੇ ਦੁਖੀਆਂ ਦੀ ਸਹਾਇਤਾ ਵੀ ਕਰਦਾ ਹੈ। ਉਸ ਮਨੁੱਖ ਨੂੰ ਆਪਣੇ ਕਾਰ ਵਿਹਾਰ ਵਿੱਚ ਘਾਟਾ ਪੈ ਜਾਂਦਾ ਹੈ। ਹੁਣ ਹੱਥ ਤੰਗ ਹੋ ਗਏ ਹੈ, ਸਾਧਨ ਖਤਮ ਹੋ ਗਏ ਹਨ, ਦੂਜਿਆਂ ਦੀ ਸੇਵਾ ਕਰਨ ਜੋਗਾ ਨਹੀਂ ਰਿਹਾ। ਆਪਣੇ ਤੇ ਆਈ ਤੰਗੀ ਤਾਂ ਸਹਿਣੀ ਸੀ, ਹੁਣ ਹੋਰ ਲੋੜਵੰਦ ਦੁਖੀਆਂ ਦੀ ਸੇਵਾ ਵੀ ਨਾ ਕਰ ਸਕਦਾ। ਹੁਣ ਉਹਨੂੰ ਆਪਣੀ ਤੰਗੀ ਦੁੱਖ ਨਹੀਂ ਦੇ ਰਹੀ, ਜਿੰਨਾ ਉਹਨੂੰ ਦੂਜਿਆਂ ਦੀ ਸੇਵਾ ਨਾ ਕਰਨ ਦਾ ਦੁੱਖ ਬੜਾ ਜਿਹੜਾ ਅੰਦਰੋਂ ਤੰਗ ਕਰ ਰਿਹਾ ਹੈ। ਪਰ ਇਹ ਗੱਲ ਖਿਆਲ ਰੱਖਣਾ, ਹਾਂ ਇਹ ਗੱਲ ਹੈ ਵੀ ਆਪਣੀ ਗਰੀਬੀ ਕਰਕੇ, ਆਪਣੀ ਤੰਗੀ ਕਰਕੇ, ਆਪਣੇ ਘਾਟੇ ਕਰਕੇ ਉਹ ਮਾਇਆ ਤਾਂ ਨਹੀਂ ਦੇ ਸਕਦਾ, ਪਰ ਖਿਆਲ ਕਰਿਓ ਮਿੱਠੇ ਬੋਲ, ਪਿਆਰ ਤੇ ਸ਼ੁਭ ਵਾਸ਼ਨਾ, ਇਹ ਤਾਂ ਉਹਦੇ ਕੋਲ ਕੋਈ ਖੋ ਨਹੀਂ ਸਕਦਾ। ਇਹ ਤਾਂ ਉਹਦਾ ਗਹਿਣਾ ਹੈ। ਜਿਸ ਕੋ ਜੀਵਨ ਵਿੱਚ ਇਹ ਗਹਿਣੇ ਆ ਜਾਂਦੇ ਹਨ, ਉਹ ਫਿਰ ਆਰਥਿਕ ਤੰਗੀ ਦੀ ਵੀ ਪਰਵਾਹ ਨਹੀਂ ਕਰਦਾ। ਉਹਦੇ ਮਿੱਠੇ ਬੋਲ ਹੀ ਤਪਦੇ ਹੋਏ ਹਿਰਦਿਆਂ ਨੂੰ ਠੰਡਾ ਕਰ ਦਿੰਦੇ ਹਨ। ਅੰਦਰ ਦੁੱਖ ਸਹਾਰਨ ਦੀ ਤਾਕਤ ਆ ਜਾਂਦੀ ਹੈ। ਦੁੱਖ ਹੁੰਦਿਆਂ ਹੋਏ ਵੀ ਜ਼ਬਾਨ ਮਿੱਠਾ ਬੋਲਦੀ ਹੈ ਔਰ ਫਿਰ ਖਲਕਤ ਨਾਲ ਪਿਆਰ ਕਰਦੀ ਹੈ। ਦਰਅਸਲ ਜੀਵਨ ਜਿਹੜਾ ਹੈ ਆਪਣੇ ਬੀਤੇ ਤੋਂ ਸਿੱਖਿਆ ਲੈਂਦਾ ਹੈ। ਜੇ ਕਿਸੇ ਵੇਲੇ ਅਸੀਂ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਦੋਸ਼ ਦੇ ਰਹੇ ਸਾਂ, ਆਪਣੇ ਬੀਤ ਚੁੱਕੇ ਜੀਵਨ ਨੂੰ ਅੱਖਾਂ ਅੱਗੇ ਲਿਆਈਏ। ਅਸੀਂ ਦੁੱਖ ਕੇਵਲ ਪ੍ਰਭੂ ਲਾਮੇ ਦਿੰਦੇ ਆ ਨਾ, ਪਰ ਬੀਤ ਚੁੱਕੇ ਜੀਵਨ ਨੂੰ ਜ਼ਰਾ ਅੱਗੇ ਲੈ ਕੇ ਆਓ। ਜੀਵਨ ਵਿੱਚ ਅਜਿਹੀਆਂ ਘਟਨਾਵਾਂ ਦਿਸ ਪੈਣਗੀਆਂ ਜਿੱਥੇ ਦਾਤਾਰ ਪ੍ਰਭੂ ਸਾਡੇ ਉੱਤੇ ਬੜੀ ਮਿਹਰ ਕਰਦਾ ਰਿਹਾ ਹੈ। ਸਾਨੂੰ ਉਸਨੇ ਕਈ ਵਾਰੀ ਮੌਤ ਦੇ ਮੂੰਹ ਵਿੱਚੋਂ ਬਚਾਇਆ ਹੁੰਦਾ ਹੈ। ਕਈ ਕਸ਼ਟ ਆਏ, ਕਈ ਮੁਸ਼ਕਲਾਂ ਆਈਆਂ, ਜਦ ਪਤਾ ਲੱਗਾ ਕਿ ਉਹ ਮੁਸ਼ਕਲਾਂ ਹੀ ਅੱਜ ਸੁਖਦਾਈ ਹੋ ਗਈਆਂ ਹਨ। ਉਹ ਮੁਸ਼ਕਲਾਂ ਵਿੱਚੋਂ ਹੀ ਅੱਜ ਸੁੱਖ ਹੈ। ਜੇ ਉਸ ਵੇਲੇ ਉਹ ਚੀਜ਼ ਨਾ ਆਉਂਦੀ ਤੇ ਸ਼ਾਇਦ ਜੀਵਨ ਵਿੱਚ ਇੱਥੋਂ ਤੱਕ ਪਹੁੰਚਿਆ ਵੀ ਨਾ ਜਾਂਦਾ। ਆਪਣੇ ਪਿਛਲੀ ਜ਼ਿੰਦਗੀ ਨੂੰ ਅਗਰ ਆਪਾਂ ਵਿਚਾਰੀਏ ਤਾਂ ਫਿਰ ਪਰਮਾਤਮਾ ਨੂੰ ਅਸੀਂ ਦੋਸ਼ ਨਹੀਂ ਦਿਆਂਗੇ।
ਦੋਸ਼ ਦੇਣ ਤੋਂ ਹਟ ਜਾਵਾਂਗੇ। ਰੱਬ ਨੇ ਕੀ ਬਦਲਾ ਲੈਣਾ ਹੈ, ਰੱਬ ਨੇ ਸਾਡੇ ਨਾਲ ਕੀ ਕਮਾਇਆ ਹੈ, ਰੱਬ ਨੇ ਸਾਡੇ ਨਾਲ ਕੀ ਦੁਸ਼ਮਣੀ ਕੀਤੀ ਹੈ, ਰੱਬ ਸਾਡੇ ਤੇ ਇਹ ਨਹੀਂ ਕਰਦਾ, ਰੱਬ ਸਾਨੂੰ ਉਹ ਨਹੀਂ ਦਿੰਦਾ। ਉਹ ਭੋਲਿਆ, ਆਪਣੇ ਜੀਵਨ ਨੂੰ ਤਾਂ ਦੇਖ। ਜਦੋਂ ਕੁਝ ਵੀ ਕਰਨ ਜੋਗਾ ਨਹੀਂ ਸੀ, ਉਦੋਂ ਤਾਂ ਇਹਨੇ ਤੈਨੂੰ ਮਾਂ ਦੇ ਪੇਟ ਵਿੱਚੋਂ ਵੀ ਬਚਾ ਲਿਆ ਸੀ। ਉਦੋਂ ਤੇਰੇ ਜਨਮ ਦੇ ਨਾਲ ਤੇਰੇ ਦੁੱਧ ਦਾ ਪ੍ਰਬੰਧ ਵੀ ਕਰ ਦਿੱਤਾ, ਤੇਰੀ ਖੁਰਾਕ ਦਾ ਪ੍ਰਬੰਧ ਵੀ ਇਹਨੇ ਕਰ ਦਿੱਤਾ ਸੀ। ਕਦੀ ਆਪਣੇ ਜੀਵਨ ਨੂੰ ਤਾਂ ਖੋਲ ਕੇ ਦੇਖ। ਦੁੱਖ ਦੁੱਖ ਤਾਂ ਜਾਪਦੇ ਨੇ, ਅਸੀਂ ਇਹਨੂੰ ਦਾਰੂ ਸਮਝਣ ਦੀ ਜੁਗਤੀ ਨਹੀਂ ਸਿੱਖੀ। ਲੜਾਈ ਹੋ ਰਹੀ ਹੋਵੇ, ਲੜਾਈ ਦਾ ਮੈਦਾਨ ਹੋ ਰਿਹਾ ਹੋਵੇ, ਰਣਭੂਮੀ ਦੇ ਵਿੱਚ, ਜੰਗ ਦੇ ਮੈਦਾਨ ਵਿੱਚ ਜੇ ਕੋਈ ਸਿਪਾਹੀ ਕਿਸੇ ਫੌਜ ਦੇ ਘਬਰਾ ਕੇ ਦੌੜ ਜਾਣ ਤਾਂ ਸਾਰੀ ਫੌਜ ਹੀ ਘਾਬਰ ਜਾਂਦੀ ਹੈ। ਦੇਖੋ, ਇੱਕ ਲੜਾਈ ਦਾ ਅਸੂਲ ਹੈ, ਤੇ ਉਹ ਵੀ ਆਪਣਾ ਸਾਰਾ ਕੁਝ ਇਹ ਨਹੀਂ ਪਤਾ ਕਿਉਂ ਤੇ ਕਿਵੇਂ ਹੋਇਆ, ਸਭ ਕੁਝ ਭੁੱਲ ਭੁਲਾ ਕੇ ਪਿੱਛੇ ਨੂੰ ਭੱਜ ਜਾਂਦੀ ਹੈ। ਇਤਿਹਾਸ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਤੁਹਾਨੂੰ ਸਭ ਮਿਲ ਜਾਣਗੀਆਂ। ਇਹੀ ਹਾਲ ਮਨੁੱਖ ਦੇ ਜੀਵਨ ਸੰਗਰਾਮ ਦਾ ਹੈ, ਜੀਵਨ ਦੇ ਯੁੱਧ ਦਾ ਹੈ। ਜੇ ਕਿਸੇ ਆਏ ਕਸ਼ਟ ਦੇ ਵੇਲੇ ਇੱਕ ਦੋ ਹੋਕੇ ਹੀ ਲੈ ਜਾਣ ਤਾਂ ਉਹ ਕਸ਼ਟ ਵਧੇਕ ਜਾਪਣ ਲੱਗ ਪੈਂਦਾ ਹੈ। ਉਹ ਦੁੱਖ ਬਹੁਤ ਵੱਧ ਕੇ ਸਾਡੇ ਸਾਹਮਣੇ ਆ ਜਾਂਦਾ ਜਦੋਂ ਅਸੀਂ ਹਾਏ ਮਰ ਗਏ, ਹਾਏ ਕਰ ਲਿਆ, ਹਾਏ ਹੋ ਗਿਆ। ਤੇ ਬੜੇ ਵੱਡੇ ਮਨੁੱਖ ਉਸ ਦਲੇਰੀ ਤੇ ਘਬਰਾਹਟ ਦੇ ਅੱਗੇ ਰੁੜ ਜਾਂਦੇ ਹਨ। ਬੜੇ ਬੜੇ ਅਸੀਂ ਕਹਿੰਦੇ ਫਲਾਣਾ ਤਾਂ ਬੜਾ ਗੁਰਮੁਖ ਸੀ, ਹੁਣ ਤਾਂ ਉੱਠਦਾ ਹੀ ਨਹੀਂ, ਹੁਣ ਤਾਂ ਫਲਾਣਾ ਹੋ ਗਿਆ। ਕਾਰਨ ਕੀ ਸੀ? ਗੁਸਾਈ ਦੇ ਪਹਿਲਵਾਨੜੇ ਦੇ ਵਿੱਚ ਅਸੀਂ ਕਹਾਣੀ ਨਾ ਸਮਝ ਸਕੇ, ਗੁਰਮਿਲ ਚ ਦਮਾਲੜਾ ਦੀ ਕਹਾਣੀ ਸਾਨੂੰ ਸਮਝ ਨਾ ਆਈ। ਇਹ ਦੁਨੀਆ ਦੀ ਛਿੰਝ ਦਾ ਛਿੰਝ ਪੈ ਰਹੀ ਹੈ, ਤੇ ਗੁਰੂ ਨੇ ਜਦੋਂ ਸਾਡੇ ਤੇ ਥਾਪੀ ਦਿੱਤੀ, ਕੰਨ ਦੇ ਉੱਤੇ ਥਾਪੀ, ਤਾਂ ਹੀ ਇਹ ਜੀਵਨ ਦੀ ਬਾਜੀ ਜਿੱਤ ਸਕਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਜੀਵਨ ਦੀ ਐਸੀ ਕਹਾਣੀ ਹੈ। ਇਹ ਤਾਂ ਕਹਿੰਦੇ ਮੈਂ ਤਾਂ ਇੱਕ ਨਿੱਕਾ ਜਿਹਾ ਪਹਿਲਵਾਨ ਆ, ਪਹਿਲਵਾਨੜਾ ਜਦੋਂ ਛੋਟਾ ਕਰਕੇ ਲਿਖਣਾ ਆਪਣੇ ਆਪ ਨੂੰ ਤਾਂ ਉਹਦੇ ਪਿੱਛੇ ਅੱਖਰ ਲੱਗ ਜਾਂਦੇ, ਪਹਿਲਵਾਨੜਾ, ਪਹਿਲਵਾਨ ਤੋਂ ਬੜਾ ਪਹਿਲਵਾਨੜਾ। ਪਰ ਗੁਰੂ ਨੂੰ ਮਿਲ ਕੇ ਉੱਚੇ ਦਮਾਲੇ ਵਾਲਾ ਹੋ ਗਿਆ, ਇੱਜ਼ਤ ਵਾਲਾ ਬਣ ਗਿਆ। ਉਹ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਈ ਬੈਠਾ ਵੇਖੇ ਆਪ ਜੀਓ, ਦਈਓ ਬੈਠਾ ਵੇਖੇ ਆਪ ਜੀ। ਵਾਹ ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨੇਹਤੇ ਪੰਜ ਜਵਾਨ ਮੈਂ, ਗੁਰਥਾਪੀ ਦਿੱਤੀ ਕੰਡ ਜੀਓ। ਬਸ ਇਹ ਫਾਰਮੂਲਾ ਹੈ। ਤੇ ਸ਼ਬਦ ਦੇ ਅਖੀਰ ਵਿੱਚ ਜਿਹੜੀ ਗੱਲ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਨਾ, ਉਹ ਹੈ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਭੋਲਿਓ, ਜਿਹੜੇ ਗੁਰਮੁਖ ਹਨ, ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਗੁਰੂ ਵਾਲੇ ਬਣ ਜਾਂਦੇ ਹਨ, ਉਹਨਾਂ ਨੂੰ ਦੁੱਖ ਨਹੀਂ ਜਾਪਦਾ। ਉਹਨਾਂ ਨੂੰ ਆਇਆ ਹੋਇਆ ਦੁੱਖ ਵੀ ਇੱਕ ਦਾਰੂ ਲੱਗਦਾ ਹੈ। ਉਹ ਸਮਝ ਲੈਂਦੇ ਨੇ ਇਸ ਆਏ ਹੋਏ ਦੁੱਖ ਪਿੱਛੇ ਵੀ ਕੋਈ ਸੁੱਖ ਦਾ ਰਾਜ ਛਿਪਿਆ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹ ਸਾਨੂੰ ਦੁੱਖ ਨੂੰ ਦਾਰੂ ਕਰਕੇ ਸਮਝਣ ਦੀ ਜਾਚ ਆ ਜਾਏ, ਤਾਂ ਵੀ ਸਾਡਾ ਲੋਕ ਪਰਲੋਕ ਸੁਹੇਲਾ ਹੋ ਜਾਏ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।